ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗਗਨਦੀਪ ਕੌਰ ਆਪ ਸਭ ਦਾ ਇਸ ਮੰਚ ਤੇ ਸਵਾਗਤ ਕਰਦੀ ਹਾਂ। ਇਸ ਪ੍ਰੋਗਰਾਮ ਵਿੱਚ ਸਵਾਗਤ ਕਰਦੀ ਹਾਂ ਜਿਸ ਦਾ ਨਾਮ ਹੈ ਜੀਵਨ ਦੇ ਰੰਗ ਪੱਤਰੀ ਜੀ ਦੇ ਸੰਗ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਧਿਆਨੀ ਫਰੈਂਡਸ ਨਾਲ, ਦੋਸਤਾਂ ਨਾਲ ਕਰਾਉਂਦੇ ਹਾਂ ਜੋ ਕਿ ਥੋੜਾ ਸਮਾਂ ਪਹਿਲਾਂ ਹੀ ਧਿਆਨ ਵਿੱਚ ਆਏ ਨੇ, ਜਿਨ੍ਹਾਂ ਨੇ ਧਿਆਨ ਵਿੱਚ ਆ ਕੇ ਆਪਣੇ ਆਪ ਨੂੰ ਹੀਲ ਕੀਤਾ, ਆਪਣੇ ਆਪ ਨੂੰ ਸਿਹਤ ਪੱਖੋਂ ਠੀਕ ਕੀਤਾ, ਮਾਨਸਿਕ ਪੱਖੋਂ ਠੀਕ ਕੀਤਾ ਤੇ ਹੁਣ ਅੱਗੇ ਧਿਆਨ ਦੀ ਸੇਵਾ ਲੋਕਾਂ ਤੱਕ ਪਹੁੰਚਾ ਰਹੇ ਨੇ। ਅੱਜ ਅਸੀਂ ਉਹਨਾਂ ਹੀ ਧਿਆਨੀ ਮਿੱਤਰਾਂ ਵਿੱਚੋਂ ਇੱਕ ਸਾਡੇ ਬਹੁਤ ਹੀ ਪਿਆਰੇ ਮਿੱਤਰ ਹਨ, ਮੈਮ ਸਿਮਰਨ ਕੌਰ ਜੀ, ਜੋ ਕਿ ਬਿਲਾਸਪੁਰ ਛੱਤੀਸਗੜ੍ਹ ਤੋਂ ਨੇ। ਮੈਮ ਜੀ ਪੱਤਰੀ ਸਰ ਨੂੰ ਤੇ ਨਹੀਂ ਮਿਲ ਪਾਏ, ਪਰ ਜੋ ਉਹਨਾਂ ਦੇ ਮਨ 'ਚ ਤੜਪ, ਜੋ ਧਿਆਨ 'ਚ ਆ ਕੇ ਉਹਨਾਂ ਨੇ ਐਕਸਪੀਰੀਅੰਸ ਕੀਤੇ, ਜੋ ਉਹਨਾਂ ਨੇ ਪਾਇਆ, ਉਹ ਸਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਨਗੇ। ਮੈਮ ਸਿਮਰਨ ਕੌਰ ਜੀ, ਆਪ ਦਾ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ ਨੂੰ ਇਸ ਪ੍ਰੋਗਰਾਮ ਵਿੱਚ ਜੀਵਨ ਦੇ ਰੰਗ ਪੱਤਰੀ ਜੀ ਦੇ ਸੰਗ। ਸਤਿ ਸ਼੍ਰੀ ਅਕਾਲ ਸਿਮਰਨ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰਾਨਾ ਹੈਗਾ ਕਿ ਇਹ ਮੰਚ ਦਿੱਤਾ ਕਿ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਾਂ। ਤੇ ਧਿਆਨ ਵਿੱਚ ਆਏ ਹੋਏ ਮੈਨੂੰ 3 ਮਹੀਨੇ ਹੋਏ। ਪਿਛਲੇ ਅਕਤੂਬਰ 2022 ਤੋਂ ਮੈਂ ਧਿਆਨ ਨਾਲ ਤੇ PSSM ਨਾਲ ਜੁੜੀਆਂ। ਪਰ ਜੋ ਖੋਜ ਸੀ ਉਹ ਕਾफ़ी ਲੰਬੇ समय ਤੋਂ ਚੱਲ ਰਹੀ ਸੀ। ਇੱਕ मैं अब ध्यान में आने के बाद ਜਿਹੜੇ ਮੇਰੇ ਐਕਸਪੀਰੀਐਂਸਿਸ ਹੋਏ ਨੇ, ਜਿਹੜਾ फ़र्क पड़ा है, ਉਸ ਤੋਂ ਪਹਿਲੇ ਮੈਂ ਥੋੜੀ ਆਪਣੀ ਜਰਨੀ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਇੱਥੇ ਡੁੱਬਦੇ ਡੁੱਬਦੇ ਡਬਕਦੇ ਡਮਕਦੇ ਇੱਥੇ ਪਹੁੰਚੀਆਂ। ਤੇ ਬਚਪਨ ਤੋਂ ਹੀ ਅਧਿਆਤਮਿਕਤਾ ਤੇ ਬਹੁਤ ਰੁਚੀ ਰਹੀ ਸੀ, ਕਿਉਂਕਿ ਮੰਮੀ ਮੇਰੇ ਬਹੁਤ ਉਸ ਵਿੱਚ ਰੁਚੀ ਰੱਖਦੇ ਸੀ। ਉਹਨਾਂ ਨੇ ਕਥਾ ਕਰਨੀ ਤੇ ਬਾਣੀਆਂ ਸੁਣਾਉਣਾ, ਗੁਰੂਆਂ ਦੀ ਸਾਖੀਆਂ, ਭਗਤਾਂ ਦੀ ਸਾਖੀਆਂ। ਇਹ ਧਾਰਨਾ ਮਨ 'ਚ ਬੈਠ ਗਈ ਕਿ ਜੇ ਤੇ ਇੰਨੇ ਸਾਰੇ ਲੋਕ ਤਰ ਗਏ ਨੇ, ਜੇ ਬੜੇ ਆਮ ਸੀ, ਤੇ ਜੇ ਮੈਂ ਉਸ ਤਰ੍ਹਾਂ ਦੀ ਜੀਵਨ ਸ਼ੈਲੀ ਬਣਾ ਲਿਆ, ਜੀਵਨ ਨੂੰ ਉਸ ਤਰੀਕੇ ਸੇ ਰੂਪਾਂਤਰਨ ਕਰ ਲਿਆ ਜਿਸ ਵਿੱਚ ਜੋ ਬਾਣੀ ਕਹਿ ਰਹੀ ਹੈ, ਜੋ ਗੁਰੂ ਕਹਿ ਰਹੇ ਨੇ, ਤਾਂ ਮੈਨੂੰ ਵੀ ਦਰਸ਼ਨ ਹੋ ਜਾਏंगे, ਮੈਨੂੰ ਵੀ ਗੁਰੂ ਸਾਹਿਬ ਮਿਲ ਪਾएंगे। ਔਰ ਨਾਲ ਹੀ ਬਚਪਨ ਤੋਂ ਇੱਕ ਰਹਿੰਦਾ ਸੀ ਕਿ ਜਦੋਂ ਪੁੱਛਦੇ ਸੀ ਕਿ ਤੁਸੀਂ ਕੀ ਬਣਨਾ ਹੈ, ਤੇ ਉਸ ਵੇਲੇ ਤੇ ਪਰਪਸ ਕੀ ਹੁੰਦਾ ਹੈ, ਲਾਈਫ ਕੀ ਹੁੰਦੀ ਹੈ, ਨਹੀਂ ਮਾਲੂਮ ਹੁੰਦਾ ਸੀ। ਪਰ ਇੱਕ ਜਵਾਬ ਇਹ ਨਿਕਲਦਾ ਸੀ ਕਿ ਹਰ ਲਾਈਫ ਦਾ ਇੱਕ ਪਰਪਸ ਹੈ ਤੇ ਮੈਨੇ ਆਪਣਾ ਪਰਪਸ ਇਸ ਲਾਈਫ 'ਚ ਪੂਰਾ ਕਰਨਾ ਹੈਗਾ। ਤੇ ਪੁੱਛਦੇ ਸੀ ਕੀ ਪਰਪਸ ਹੈ ਤੁਹਾਡਾ, ਮਤਲਬ ਉਹ ਮੈਨੂੰ ਲੱਭਣਾ ਹੈ, ਉਹ ਨਹੀਂ ਮਾਲੂਮ ਹੈ, ਪਰ ਉਹ ਤੇ ਕਰਨਾ ਹੈ, ਉਸ ਦੇ ਬਿਨਾਂ ਚੈਨ ਨਹੀਂ। तो एक ये जे चिंगारी सी परपस दी, तो बचपन तो ही अंदर बहुत जलांदी सी मैं। फिर जो जो बड़े हुए तो थोड़ा थोड़ा बाणी का सहारा सी, मम्मी साखियां कथाएं भी सुनाती सी, पाठ भी करते सी। पर वो कहते ना कि जीवन तो जिस तरह आगे बढ़ो, वो 5 चोर जो होंगे ने वो जकड़ लेते ने, ते बार बार गिर जाती सी। बाणी जब तक पाठ कर रही हाँ, जब तक दरबार साहिब तो मेरा बहुत लगाव हैगा। गुरु रामदास जी ਨੂੰ अपना पिता मानती हाँ, बड़ा पिता नाल ਜਿਹੜਾ ਹੀ ਉਹਨਾਂ ਨਾਲ ਲਾਡ ਵੀ ਲਗਾਉਂਦੀ ਹਾਂ। ਤੇ ਲੱਗਦਾ ਸੀ ਕਿ ਜਿੱਦੋਂ ਤੱਕ ਦਰਬਾਰ ਸਾਹਿਬ ਜਾ ਰਹੇ ਨੇ, ਪਾਠ ਕਰ ਰਹੇ ਨੇ, ਕਥਾ ਸੁਣ ਰਹੇ, तब तक मन ਨੂੰ ਚੰਗਾ लगता है। पर जो तो अपनी जीवन तो फिर प्रैक्टिकल लाइफ से आओ तो फिर वही गुस्सा, वही सेंसिटिविटी, वही एक्सपेक्टेशंस। ਤੇ ਮੈਂ ਬਹੁਤ ਹੀ ਸੈਂਸਿਟਿਵ ਰਹੀ ਹਾਂ ਸ਼ੁਰੂ ਤੋਂ, ਔਰ ਗੁੱਸਾ ਵੀ ਬਹੁਤ ਤੇਜ਼ ਆਉਂਦਾ ਸੀ। तो लगता गिल्ट बहुत जल्दी आ जाता ਸੀ कि मैं वो नहीं कर पा रही जो मैनू गुरु चाहते हैं, जो मेरे पिता चाहते हैं। पर पिता ने कभी भी मैनू निराश नहीं किया। इस तरह से कि गुरु पिता ने जो भी अरदास, छोटी चे वड्डी तो वड्डी, कभी भी मैं निराश नहीं किया। तो मैं अपने आप को बिगड़ैल बच्चा कहती सी उन्होंने कि जो मैंने फिर भी प्यार करते हैं, पर वो गिल्ट अंदर तो वधदा ही जाता सी कि कुछ कर नहीं पा रही, उस तरीके नाल बनी नहीं पा रही। लाइफ अपनी परपस अलग अलग चीज़ों ते खोजती सी, पढ़ाई विच सबसे ज़्यादा, ते बारी बारी करियर भी बदले कि नहीं इस विच परपस नहीं है, इस विच परपस नहीं है। रियल स्ट्रगल तब शुरू हुई जब ब्याह हो गया।
ਵਿਆਹ ਹੋਇਆ ਤੇ ਐਕਸਪੈਕਟੇਸ਼ਨਸ ਬਹੁਤ ਸਾਰੀ ਉਹੀ ਬਾਰ-ਬਾਰ ਮਾਰ ਦਿੰਦੀ ਹੈ ਬੰਦੇ ਨੂੰ ਕਿ ਉਹ ਇਹ ਤਾਂ ਹੋ ਹੀ ਨਹੀਂ ਰਹਾ, ਇਹ ਤਾਂ ਚੱਲ ਹੀ ਨਹੀਂ ਰਹਾ। ਮੈਂ ਤਾਂ ਇਸ ਤਰ੍ਹਾਂ ਦਾ ਨਹੀਂ ਚਾਹੁੰਦੀ ਸੀ। ਮੇਰੇ ਹਸਬੈਂਡ ਮੇਰੇ ਤੋਂ ਬਿਲਕੁਲ ਹੀ ਅਪੋਜ਼ਿਟ ਸੀ ਤੇ ਤਾਲਮੇਲ ਹੀ ਨਹੀਂ ਹੋ ਰਿਹਾ ਹੈ ਕਿ ਕੀ ਕਰਾਂ ਮੈਂ। ਰਿਲੇਸ਼ਨਸ਼ਿਪ ਵਿੱਚ ਬੜੀ ਪ੍ਰੋਬਲਮ ਆਉਂਦੀ ਸੀ ਮੇਰੀ ਐਕਸਪੈਕਟੇਸ਼ਨਸ ਕਰਕੇ। ਤੇ ਆਪਣੇ ਲਈ 5 ਪੁਆਇੰਟਸ ਬਣਾਏ ਸੀ ਬਚਪਨ ਤੋਂ ਮੈਨੇ ਕਿ ਨਾ ਕਿਵੇਂ ਮੈਂ ਗੁਰੂ ਦਾ ਡਿੱਠਾ ਬੱਚਾ ਬਣ ਸਕਦੀ ਹਾਂ, ਬੀਬਾ ਬੱਚਾ ਇਹ ਬਣ ਸਕਦੀ ਹਾਂ ਕਿ ਇਹ ਪਹਿਲਾਂ ਤੇ ਨਿਤਨੇਮ ਔਰ ਸਾਧ ਸੰਗਤ ਸੇਵਾ ਕਰਨੀ ਹੈ ਨੇ, ਕਮਾਈ ਚੰਗੀ ਰੱਖਣੀ ਨੇ ਤੇ ਕਿਸੇ ਨਾਲ ਕੋਈ ਨਿੰਦਾ ਚੁਗਲੀ ਨਹੀਂ ਔਰ ਸਾਰੀ ਸਿਚੁਏਸ਼ਨਸ ਵਿੱਚ ਇੱਕ ਨਿਊਟਰਲ ਰਹਿਣਾ ਹੈ। ਪਰ ਲਿਖ ਕੇ ਰੱਖ ਲੈਣਾ, बोर्ड बना लेने, विजन बोर्ड्स बना लेने, कदे इम्प्लीमेंट नहीं कर पाई। सिचुएशन आंदी सी और गए, फिसल गए पूरे तरीके से। तो फिर जब बाणी पढ़ के अपने आप ਨੂੰ माफ़ी मांग मांग के इस तरह गाड़ी चलती रही। ਜਦੋਂ ਬੇਬੀ ਹੋਇਆ, ਮੈਂ ਕਨਸੀਵ ਹੋਇਆ, ਉਸ ਵੇਲੇ ਵੀ ਬੜਾ ਪਾਰਟ ਬਾਣੀ ਨਾਲ ਜੁੜਾਵ ਤੇ ਮਨ ਸ਼ਾਂਤ ਰਹਿੰਦਾ ਸੀ। ਜਿੰਨੀ ਦੇਰ ਕਰੋ ਮਨ ਸ਼ਾਂਤ ਹੈ। ਪਰ ਉਹਦੇ ਬਾਅਦ ਫਿਰ ਬਹੁਤ ਟਫ ਫੇਜ਼ ਆਇਆ ਮੇਰੀ ਲਾਈਫ ਦਾ। ਮੇਰੇ ਬੱਚੇ ਨੂੰ ਵੀ ਹੁੰਦੇ ਸਾਰ ਪ੍ਰੋਬਲਮ ਹੋ ਗਈ ਸੀ, ਜੇ ਇਨਫੈਕਸ਼ਨ, ਹਸਪੀਟਲ ਇਨਫੈਕਸ਼ਨ ਹੋ ਗਿਆ ਸੀ ਤੇ ਬਹੁਤ ਔਖੀ ਘੜੀ ਉਹ ਨਿਕਲੀ। ਫਿਰ ਜੇ ਮੇਰੀ ਬੋਡੀ ਵਿੱਚ ਚੇਂਜਸ ਆਉਂਦੇ ਨੇ ਜੋ ਵੀ ਔਰ ਐਕਸਪੈਕਟੇਸ਼ਨਸ ਰਿਲੇਸ਼ਨਸ਼ਿਪ ਵਿੱਚ ਵੈਸੇ ਹੀ ਉਹ ਬੜੇ ਉਹ ਸੀ ਤੇ ਡਿਪਰੈਸ਼ਨ 'ਚ ਚਲੀ ਗਈ ਸੀ। ਔਰ ਗੁੱਸਾ, ਸੈਂਸਿਟਿਵਿਟੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਗਨੇਟ ਬਣ ਗਈ ਹਾਂ ਸਾਰੀ ਨੈਗੇਟਿਵਿਟੀ ਦੀ, ਚਾਹੇ ਬਿਮਾਰੀਆਂ ਹੋ ਚਾਹੇ ਉਹ ਸਭ ਕੁਝ ਆਪਣੀ ਤਰਫ ਆਏ ਜਾ ਰਿਹਾ ਹੈ। ਤੇ ਸ਼ੁਰੂ ਦੇ 3 ਮਹੀਨੇ ਮੇਰੇ ਬੱਚੇ ਦੇ ਮੈਨੂੰ ਚਿਹਰਾ ਵੀ ਯਾਦ ਨਹੀਂ, 3-4 ਮਹੀਨੇ ਦਾ ਇੰਨਾ ਜ਼ਿਆਦਾ ਮੈਂ ਗੁੰਮ ਗਈ ਸੀ। ਫਿਰ ਇੱਕ ਥਾ ਕਿ ਵਾਪਸ ਤੋਂ ਆਣਾ ਹੀ ਹੈ, ਹੁਣ ਇਸ ਤਰ੍ਹਾਂ ਤੋਂ ਜ਼ਿੰਦਗੀ ਚੱਲ ਨਹੀਂ ਸਕਦੀ ਹੈ। ਆਪਣੇ ਆਪ ਨੂੰ ਖਿੱਚ ਤਾਣ ਕੇ ਵਾਪਸ ਲਾਇਆ। ਫਿਰ ਲਗਾ ਕਿ ਹੁਣ ਕੀ ਕਰਨਾ ਹੈ, ਕੀ ਪਰਪਸ ਹੈ। ਉਹ ਪਰਪਸ ਦੀ ਚਿੰਗਾਰੀ ਫਿਰ ਕੋਈ ਕਿ ਇਹ ਘਰ ਗ੍ਰਸਤੀ ਜੀਵਨ ਹੈ, ਇਸਦੇ ਆਗੇ ਕੀ ਜੀਵਨ ਹੈ ਮੇਰਾ। ਤੇ ਫਿਰ ਮੈਂ ਕੋਚ ਕੰਸਲਟੈਂਸੀ ਦਾ ਕੋਰਸ ਜੁਆਇਨ ਕੀਤਾ ਕਿ ਮੇਰੇ ਨਾਲ ਜੋ ਬੀਤੀ ਹੈ ਉਹ ਮੈਂ ਯੰਗ ਲੋਕਾਂ ਦੀ ਹੈਲਪ ਕਰਾਂ, ਉਸ ਵਾਸਤੇ ਜਾਵਾਂ। ਜਨਵਰੀ 2022 ਤੋਂ ਮੈਂ ਉਸ ਵਿੱਚ ਬਿੜੀ ਮੈਂ ਕੋਰਸ ਕੀਤਾ ਮੇਰਾ। ਤੇ ਜੇ ਉਹ ਕੋਰਸ ਕੀਤਾ ਉਹ ਮੁੰਬਈ ਤੋਂ ਸੀ ਔਰ ਜਿਹੜੇ ਉਹਨਾਂ ਦੇ ਡੀਨ ਥੇ ਇੰਸਟੀਟਿਊਟ ਦੇ, ਉਹ ਅਦਵੈਤ वेदांता ਨੂੰ ਬੜਾ ਫੋਲੋ ਕਰਦੇ ਸੀ, ਉਹਨਾਂ ਦੀ ਫਿਲੋਸਫੀ। ਤੇ ਉਹ ਪ੍ਰਸ਼ਨ ਬੜੇ वो जो कंसेप्ट्स थे वो बड़े चंगे मैंने लगे, मीनिंगफुल लगे, लाइफ 'ਚ ਇੰਪਲੀਮੈਂਟ ਕਰਨ ਵਾਲੇ ਲੱਗੇ। ਪਰ ਉਹੀ ਇੰਪਲੀਮੈਂਟ ਹੁੰਦਾ ਨਹੀਂ ਸੀ। ਸਿਚੁਏਸ਼ਨ ਆਉਂਦੀ ਸੀ, ਫਿਸਲ ਜਾਂਦੇ ਸੀ ਕਿਉਂਕਿ ਐਕਸੈਪਟੈਂਸ ਨਹੀਂ ਸੀ। ਪੜ੍ਹਦੇ ਕਰਮ ਦੇ ਸਿਧਾਂਤ ਸਭ ਪੜ੍ਹੇ ਲਏ ਬਚਪਨ ਤੋਂ, ਪਰ ਐਕਸੈਪਟੈਂਸ ਕਦੇ ਵੀ ਨਹੀਂ ਆਈ ਉਸ ਚੀਜ਼ ਦੀ। ਫਿਰ ਧੀਰੇ ਧੀਰੇ ਉਹੀ ਹੁੰਦਾ ਗਿਆ ਕਿ ਕੀ ਕਰਾਂ, ਇਸ ਤੋਂ ਬਾਹਰ ਕਿਸ ਤਰ੍ਹਾਂ ਨਿਕਲਾਂ ਮੁਸੀਬਤਾਂ ਤੋਂ। ਕਿਉਂ ਦੇ ਪ੍ਰਸ਼ਨ ਖਤਮ ਨਹੀਂ ਹੋ ਰਹੇ ਸੀ ਮੇਰੇ, ਸਭ ਕੁਝ ਜਾਣਦੇ ਵੀ ਇੰਪਲੀਮੈਂਟੇਸ਼ਨ ਕੋਈ ਨੌਲੇਜ ਦਾ ਨਹੀਂ ਹੋ ਪਾ ਰਿਹਾ ਸੀ। ਪਰ ਕੋਚ ਕੰਸਲਟੈਂਸੀ ਕਰਨ ਦੇ ਬਾਅਦ ਉਹ ਸਿਖਾते ਨੇ ਪਹਿਲੇ ਤੁਸੀਂ ਆਪਣੇ ਉੱਪਰ ਵਰਕ ਕਰਨਾ ਹੈ। ਤੇ ਧੀਰੇ ਧੀਰੇ ਆਪਣੀ ਪਰਤੇ ਸਮਝ ਆने लग गई, धीरे धीरे ਆਪਣੀ ਕੰਡੀਸ਼ਨਿੰਗ ਸਮਝ ਆने लग गई ਤੇ ਬੜਾ ਇੰਟਰਸਟ ਇਸ ਵਿੱਚ ਜਾਗਿਆ। ਤੇ ਕਹਿੰਦੇ ਨਾ ਕਿ ਥੋੜਾ ਜਦੋਂ ਤੁਸੀਂ ਭੀਤਰ ਉਤਰੋ ਤਾਂ ਹੀ ਸਾਹਮਣੇ ਤੋਂ ਚੀਜ਼ਾਂ ਆਉਂਦੀਆਂ। ਫਿਰ ਇੱਕ ਮੈਨੀਫੈਸਟੇਸ਼ਨ ਕੋਰਸ ਸਾਹਮਣੇ ਆਇਆ, ਉਹ ਜੁਆਇਨ ਕੀਤਾ ਕਿ ਇਸ ਉਮੀਦ 'ਚ ਕਿ ਪ੍ਰੋਬਲਮ ਸੋਲਵ ਹੋ ਜਾਵਾਂਗੀ, ਰਿਲੇਸ਼ਨਸ਼ਿਪ ਸੁਧਰ ਜਾਵਾਂਗੇ, ਪਰਸਨੈਲਿਟੀ ਵਿੱਚ ਚੇਂਜ ਆ ਜਾਏਗਾ, ਮਨ ਸ਼ਾਂਤ ਹੋ ਜਾਏਗਾ। ਉਸ ਵਿੱਚ ਅਲੱਗ-ਅਲੱਗ ਚੀਜ਼ਾਂ, ਸਪਿਰਿਟ ਗਾਈਡਸ ਤੇ ਹੀਲਿੰਗ, ਔਰ ਉਸ ਵਿੱਚ ਉਨ ਚੱਕਰਾਂ 'ਚ ਵੀ ਫਿਰ ਡੋਲੇ और चैन उत्थों भी नहीं आया। हाँ, एक फ़ायदा ये हुआ कि परत और गहरी होती गई, अपने भीतर थोड़ा और उतरती गई। फिर एक रैंडमली एक सज्जन पुरुष मिले, वो NLP मास्टर सी ते मैं काम वास्ते मिली सी ना तो, पर उन्होंने कोल साइकिक एबिलिटीज़ भी थी। उस समय मैं नहीं जानती सी कि साइकिक एबिलिटीज़ की होंदी ने। तो वो मैंने पूछे और के लाइफ कैसी है, मैंने कहा चंगी है, सारे कुछ चंगा चल रहा है। पर उन्होंने दसा कि मैं सब जान रहा। तो उन्होंने डिटेल देनी शुरू कर दी तो कहा कि तुसी हर बारी इस तो भाग जाते हो, अपने रिश्तों ते हो और अपने जिम्मेदारी हो, इस बारी मत भाग्या से। मेरे ते सिट्टी बिट्टी गुल की ए की सी भाई, मैं तो कुछ नहीं दसिया, ये सामने तो मेरे को कुछ बोल रहे ने, ये की है। तो मैं फिर उन्होंने पीछे पीछे लभना शुरू हो गई।
और वो गल ही नहीं करते सी, वो फोन ही नहीं चुकते सी, मिलते ही नहीं सी। वो बोलते सी मैं ਤੁਹਾਡੀ कोई मदद नहीं कर सकता, मैंने जिन्ना बताना सी मैं बता दिता, ਹੁਣ ਤੁਸੀਂ देखो अपना रस्ता खुद ਲੱਭੋ। ਤੇ ਉਹ ਤਾਂ ਐਸਾ ਸੀ ਕਿ ਸ਼ੇਰ ਨੂੰ ਚਾਬੀ ਪਿੰਜਰੇ ਵਿੱਚ ਦਿਖਾ ਦਿੱਤੀ ਕਿ ਚਾਬੀ ਇੱਥੇ ਹੈ ਤੂੰ ਢੂੰਡ ਲਿਓ। ਤੇ ਮੈਂ ਬਹੁਤ ਬਹੁਤ ਵਿਆਕੁਲ, ਬਹੁਤ ਤੜਪ ਬੜ ਗਈ। ਤੇ ਸਾਰੇ YouTube ਦੇ ਵੀਡੀਓਜ਼ ਖੰਗਾਲ ਮਾਰੇ, ਸਾਈਕਿਕ ਕੀ ਹੁੰਦਾ ਹੈ, ਟੈਰੋ ਕੀ ਹੁੰਦਾ ਹੈ, ਮੈਡੀਟੇਸ਼ਨ ਕੀ ਹੁੰਦਾ ਹੈ, ਪਾਸਟ ਲਾਈਫ ਕੀ ਹੁੰਦੀ ਹੈ, ਪਾਸਟ ਲਾਈਫ ਗਾਈਡਡ ਰਿਗਰੈਸ਼ਨ ਮੈਡੀਟੇਸ਼ਨਸ ਕਰ ਕਰਕੇ ਕਿੱਥੋਂ ਵੀ ਕੁਛ ਨਹੀਂ ਹੱਥ ਲੱਭਿਆ। ਐਸਾ ਲੱਗਦਾ ਸੀ ਕਿ हर वेले एक कदम और बढ़दियाँ और 10 कदम पिछे आ जाने, और इस पाठ भी छुट गया, गुरुद्वारा भी छुट गया, बाणी भी छुट गई, तो डबल गिल्ट कि कितने पै गई हाँ। हालांकि जो नॉलेज मिल रही सी अलग अलग वीडियो तो लाइफ दा परस्पैक्टिव ब्रॉड हो रहा सी, इस तरह नहीं कि कुछ फ़ायदा नहीं हो रहा सी, लाइफ दा परस्पैक्टिव ब्रॉड होता गया। सितंबर से मैं अपने मायके गई सी, एक हैल्थ इशू हो गया सी सीवियर उत्थे, ते वीडियो तो सर्च जारी सी, उन्हीं विच एक कर्म सिद्धांत दा सीरीज़ जे जस्सी मैम दा है वो सामने आया। ऐसा नहीं सी कि कॉन्सेप्ट कुछ नया सी, पुराने कॉन्सेप्ट था, पर इस बारी जे वो जिस तरीके से भीतर उतरा वो मैंने चिपका लिया अपने नाल उन्होंने। तो फिर वो सारे वीडियोज़ खंगालते गए, वो सारे PSSM के वीडियोज़। उस वेले तक मैनू कुछ नहीं पता सी PSSM की है क्या नहीं है, तो खोल खोल के सारा साइट देखना कि ये की है वो की है, सारी वीडियोज़ देखना। फिर मैं उत्थे सी पर लग्या हले तो मैं गल नहीं कर सकती हाँ, तो जब जावांगी वापस तो देखती हाँ करती हाँ। हले तो इस तरह की सिचुएशन नहीं है कि मैं इस विच आ सकें, पर रात की मैं नींद नहीं आती सी, क्योंकि इतना ज़्यादा तुहाडे दिमाग भरिया हो तो नींद चंगी आती नहीं सी, देर रात तक नींद नहीं आती सी। तो वो वीडियो लगा के जेड़ा वो मैडिटेशन करा रहे होंदे सी वो आँख बंद करके कर लेंदी सी। एक इस तरह ही हुआ कि कर रही सी और कमरे च भी अंधेरा हो गया और कोठरी नज़र आई। एंड वैसे तो साडी कंडीशनिंग कुछ डर लगे तो वाहिगुरू निकलता है, उस समय कुछ पितामा या पैतरी इस तरह के कुछ वर्ड निकला, मैंने नहीं पता, याद नहीं है मेरे को, पर मैं खुद हैरान होंगी, ब्रेन मेरा हैरान हो गया, ये मेरे मुंह से की निकल रहा है, इतना हार्ट बीट फास्ट और मेरे मुंह से की निकल रहा है। मैं सोची कि आँखां खोल के नोट कर लें कि कुछ तो निकल रहा है, पर वो हिम्मत वो खुले ही नहीं आँखां। फिर जब आँखां खुली तो मैंने याद नहीं कि मैं की बोल रही सी, पर इस तरह का कोई वर्ड सी। उस वेले भी मैंने पथरी जी के बारे कोई कुछ नहीं मालूम सी, ना मैंने उन्होंने बारे ज़्यादा सर्च किया सी, मैं जस्सी मैम ही फॉलो कर रही सी। फिर वापस आने के बाद मैंने उन्होंने कॉन्टैक्ट किया, मैं अपनी मम्मी को भी दसिया कि मैं इस तरह देख रही हाँ, मैंने बड़ा चंगा लग रहा है। तो मम्मी कहती है कि जब तू बड़ी परेशान सी 2-3 साल पहले, तो मैं तेन बोलिया सी पथरी जी का मैडिटेशन फॉलो कर, तो तू तो देखा नहीं उस वेले। मैं बोला मैंने तो याद भी नहीं कि तुसी कभी मैंने बोलिया सी। मैं बोला चलो ठीक है, देर आए दुरुस्त आए, कदे तो सवेरा होंदा ही है। फिर इत्थे वापस बिलासपुर आके मैं अपना मैम ने कॉन्टैक्ट किया, तो सबसे पहला डाउट यही होता है कि तुम कहीं भटक तो नहीं रहे अपने खितों, तो वो मैम ने बड़ी चंगी नाल क्लीयर किया। और फिर नैक्सट डे तो मैनू ग्रुप च ऐड कर लिता, पंजाबी जे सवेरे दा साडा ग्रुप है, हफ्ता ही होया सी ग्रुप दे विच मेडिटेशन करते हुए। पर पहले दिन तो ही इस तरह लगा जैसे कित्थों कित्थों तक भटक भटक के, थक थक के, टूट टूट के जब कोई अपने घर लौट आंदा है ना, ओ तृप्ति, ओ शांति। ऐसा लग रहा था कि सब कुछ बाहर से जाए, मैं तो पहुंच गई जिथे मैंने पहुंचना। वो तृप्ति पहले दिन तो ही मिलना शुरू हो गई है। फर्क ऐसी कि मैं बिजनेस क्लास फैमिली तो हाँ, तो 11:30-12 बजे तक तो घर ही नहीं आते, तो राती 2 बजे तक सो नहीं पाते। तो मेरा शादी तो बाद ही रूटीन पूरा बिगड़िया हुआ सी, सवेरे उठ नहीं पाती सी, तो जदों उठ गई तो सिर दर्द। पर अज 3 महीने हो गए ने, भावे 2 बजे सो रही हूँ, 3 बजे सो रही हूँ, 5 बजे उठ खड़ी होंगी हाँ कि वो पहले ही घंटी बज जाती मेरी कि नहीं उठना तो है, इसनों नहीं छड़ सकती अब मैं। ए जे दे दित वो मैं वो आनंद का वो सैटिस्फैक्शन पीस जो मिलया है उसनों डिस्क्राइब नहीं कर सकते, वो सिर्फ फील किया जा सकता है, वो घर वाली फीलिंग ऐसा लगा। फिर मास्टर बनने का प्रोग्राम शुरू हुआ तो 40 दिन वो किया और क्लैरिटी मिली। पर क्लैरिटी मिलती है तो क्यूरियोसिटी भी जगती है, ये की है वो की है, ये मास्टर कौन, वो मास्टर कौन, ये ग्रुप केड़ा। तो फिर डांट भी पड़ी जैसी मैम तो
ਤੇ ਜਦੋਂ ਡਾਂਟ ਪੜਦੀ ਹੈ ਤਾਂ ਵਾਪਸ ਵੀ ਇਨਸਾਨ ਆ ਜਾਂਦਾ ਹੈ, ਤੇ ਉਹ ਬੜੀ ਚੰਗੀ ਲੱਗਦੀ ਹੈ ਮੈਮ ਦੀ ਡਾਂਟ, ਬੜਾ ਪਿਆਰ ਆਉਂਦਾ ਹੈ, ਬੜਾ ਮਜ਼ਾ ਆਉਂਦਾ ਉਹਨਾਂ ਦੀ ਡਾਂਟ ਸੁਣ ਕੇ। ਤੇ ਫਿਰ ये 40 दिन के भीतर ही मैंने पत्री जी के दर्शन हुए मेडिटेशन से, और उन्होंने बोला, उन्होंने, मैंने याद है कि मैं उन्होंने आए और मैं उन्हें फॉलो कर रही थी, तो उन्होंने पलट के मुझे कहा, बाबा तुम अपना सांस को फॉलो करो ना, मुझे क्यों फॉलो कर रहे हो। तो ਉਹ ਵੀ ਸਮਝ ਆ ਗਿਆ ਕਿ ਕੀ ਹੈ, ਕਿ ਕਿਸੇ ਨੂੰ ਫੋਲੋ ਨਹੀਂ ਕਰਨਾ ਹੈ, ਆਪਣਾ ਚਲੋ ਰਿਸ਼ੀ ਦੇ ਅਵਤਾਰ ਵਿੱਚ ਸੀ, ਮਤਲਬ ਉੱਤਰ ਤੋਂ ਉਹ ਸੀ, ਨੀਚੇ ਤੋਂ ਅਲੱਗ ਫਾਰਮ ਸੀ ਉਹਨਾਂ ਦਾ। ਜੱਸੀ ਮੈਮ ਨੂੰ ਵੀ ਕਈ ਵਾਰ ਮੈਡੀਟੇਸ਼ਨ ਵਿੱਚ ਮੈਂ ਦੇਖਿਆ, ਬੜੀ ਜਲਦੀ ਹੀ ਐਕਸਪੀਰੀਐਂਸਿਸ ਵੀ ਸ਼ੁਰੂ ਹੋ ਗਏ, ਅਨੁਭਵ, ਧਿਆਨ ਦੇ ਅਨੁਭਵ ਜੋ ਹੁੰਦੇ ਨੇ, ਤੇ ਵਿਜ਼ਨ ਵੀ ਥੋੜ੍ਹੇ ਥੋੜ੍ਹੇ ਆਉਂਦੇ ਸੀ, ਜੱਸੀ ਗਲਿੰਪਸਿਸ ਆਉਂਦੇ ਸੀ, ਪ੍ਰੋਪਰ ਵਿਜ਼ਨ ਨਹੀਂ ਹੈ ਸੀ। ਤੇ ਜੱਸੀ ਮੈਮ ਨੂੰ 2-4 ਵਾਰ ਸੁਪਨੇ ਵਿੱਚ ਵੀ ਦੇਖਿਆ, ਪਰ ਅਲੱਗ ਰੂਪ 'ਚ ਦੇਖਿਆ, ਤੇ ਮੈਂ ਡਰ ਕੇ ਮਾਰੇ ਕੁਝ ਬੋਲਿਆ ਨਹੀਂ, ਸ਼ੇਅਰ ਨਹੀਂ ਕੀਤਾ ਮੈਮ ਨਾਲ ਕਿ ਡਾਂਟ ਪੜ ਜਾਏਗੀ, ਪਰ ਇੰਨਾ ਸਮਝ ਗਈ ਸੀ ਕਿ ਪਹਿਲੇ ਉਹਦਾ ਰਿਸ਼ਤਾ ਹੈ ਤੇ ਘਰ 'ਚ ਵਾਪਸੀ ਹੋ ਗਈ ਹੈ, ਇੰਨੇ 'ਚ ਖੁਸ਼ ਰਹੋ, ਨਾ ਜ਼ਿਆਦਾ ਕਿਉਂ ਕਿਆ ਕਰੋ, ਤੇ ਚੁੱਪਚਾਪ ਰਹੋ, ਆਪਣੇ ਜੋ ਹੋ ਗਏ। ਔਰ ਜਿਹੜਾ ਮੈਂਟਲ ਪੀਸ ਹੁੰਦਾ ਹੈ ਪ੍ਰੋਫੈਸ਼ਨਲ ਲਾਈਫ 'ਚ, ਜੇ ਬਹੁਤ ਕੁਝ ਸੋਚ ਕੇ ਰੱਖਿਆ ਸੀ, ਇਹ ਕਰਨਾ ਇਹ ਕਰਨਾ ਇਹ ਕਰਨਾ, ਪਰ ਕਿੱਕ ਨਹੀਂ ਮਿਲ ਰਹੀ ਸੀ, ਕਿੱਥੋਂ ਸ਼ੁਰੂ ਕਰਾਂ। ਉਹ ਕਿੱਕ ਕਦੋਂ ਸ਼ੁਰੂ ਹੋ ਗਈ, ਕਦੋਂ ਉਹ ਪਟਰੀ पे ਆ ਗਈ, ਕਦੋਂ सब कुछ ਚੱਲਣੇ ਵੀ ਲੱਗ ਗਿਆ, ਨਹੀਂ 3 ਮਹੀਨੇ ਵਿੱਚ ਜੀਵਨ ਟਰੈਕ 'ਚ ਆ ਗਿਆ, ਜੋ ਚਾਹੁੰਦੀ ਸੀ ਉਹ ਮਿਲ ਗਿਆ। ਮੈਨੂੰ ਪੀਰੀਅਡਸ ਵਿੱਚ ਬਹੁਤ ਪੇਨ ਹੁੰਦੀ ਸੀ, ਖਾਸ ਕਰ ਡਿਲੀਵਰੀ ਤੋਂ ਬਾਅਦ ਮੈਂ 3 ਦਿਨ ਬੈੱਡ ਤੋਂ ਉੱਠ ਨਹੀਂ ਪਾਉਂਦੀ ਸੀ, ਚੱਕਰ ਖਾ ਕੇ ਗਿਰ ਜਾਂਦੀ ਸੀ, ਇੰਨਾ ਬੁਰਾ ਹਾਲ ਹੁੰਦਾ था। ਤੇ ਡਾਕਟਰ ਕਹਿੰਦੇ ਸੀ ਕਿ ਕੁਝ ਅਨਨੈਚੁਰਲ ਹੋਇਆ ਹੈ ਡਿਲੀਵਰੀ ਦੌਰਾਨ, ਤੇ ਇਹ ਇਸ ਤਰ੍ਹਾਂ ਹੀ ਰਹੇਗਾ, ਤੁਹਾਨੂੰ ਜੀਵਨ ਭਰ ਦਵਾਈ ਖਾਣੀ ਪਏਗੀ ਇਸ ਵਾਸਤੇ। ਮੈਂ ਪਹਿਲਾ ਮਹੀਨਾ ਹੋਇਆ ਬੜਾ ਚੰਗਾ ਗਿਆ, दर्द नहीं होया, पहले दिन दर्द होया तो मैंने फट से पिरामिड पेट च रख लिया, और इस तरह मिनटों विच दर्द चला गया। तो मैं सोचती सी ये कहीं मेरी साइकोलॉजी तो नहीं वर्क कर रही कि मैंने पिरामिड के बारे सुनिया है। तो फिर मैं अपनी मदर इन लॉ च ट्राई किया, उन्होंने बैक पेन बहुत होंदी सी, मैं उन्होंने बैक च रखते सी जी, उन्होंने मैडिटेशन बोलती सी करो तुसी, उन्होंने बहुत फर्क पड़िया उस वास्ते। बच्चा मेरा 3 साल का है तो वो तो कर नहीं सकता, पर जो खग बड़ी रहिंदी सी तो उसके उत्ते रखना शुरू कर दिया, तो खग ठीक हो गई, तो विश्वास और वधदा गया उस वास्ते। फिर एक एक्सपीरियंस यह भी है कि मैम दे एस्ट्रल सर्जरी के बारे, जस्सी मैम दे एस्ट्रल सर्जरी बारे सुनिया सी बहुत। तो फिर मैंने कहा, एक दिन सिर दर्द बहुत हो रहा से 3 दिन तो मैंने बोला कि एस्ट्रल सर्जरी उन्होंने दी हुई है तो हीलिंग तो मेरी हो ही सकती है, तो नहीं दवाइयों पर भी आराम आ रहा है कि मैं पिरामिड के नाल बैठ के मैडिटेशन की। उस दिन ऐसा लगा कि क्रिस्टल थोड़े बहुत अंदर आ रहे हैं, और दरबार साहिब के सरोवर के दर्शन हुए, तो मैं समझ गई ये तो ठीक हो गया। फिर अगली रात नू सपने च लगा कि मैंने टार जिवें उल्टी की है, तो वो गले च खराश मैं फील होती सी, सपने च ही फील हुई कि मैं उठ गई कि मेरे गले च की हो रहा है। ਤਾਂ ਇਹ ਵੀ ਸਮਝ ਆ ਗਿਆ ਕਿ ਅਟਰੈਕਸ਼ਨ ਹੁੰਦਾ ਸੀ ਕਿ ध्यान ਦੇ ਐਕਸਪੀਰੀਅੰਸ, ਮੈਜੀਕਲ ਐਕਸਪੀਰੀਅੰਸ ਹੈ ਤੇ ਐਸਟਰਲ ਦੁਨੀਆ ਐਂਡ ਆਲ, ਪਰ ਹੁਣ ਨਹੀਂ ਹੈ। ਹੁਣ ਇਸ ਤਰ੍ਹਾਂ ਕਿ ਬਸ ਇੱਕ ਉਹ ਪਰਮਾਤਮਾ ਦੇ ਆਨੰਦ ਸਰੂਪ ਦੇ ਦਰਸ਼ਨ ਚਾਹੀਦੇ, ਉਸ ਤੋਂ ਪਰੇ ਕੁਝ ਨਹੀਂ ਚਾਹੀਦਾ। ਹੁਣ ਬਸ ਇੱਕ ਉਹ ਜੋ ਪਿਆਸ ਹੈਗੀ, ਔਰ ਕਿਉਂ ਦੇ ਸਾਰੇ ਚੀज़ें ਤੇ ਸਮਾਪਤ ਹੋ ਗਈ ਨੇ, पर क्या पर्पस की है हले भी लभना है, तो पर अब कोई जल्दी नहीं है। इस तरह है कि सब कुछ आपे आपे सहज नाल हो जाएगा, बस इस दे नाल जुड़ी रहां, तो गुरु भी मिल पैना है जो भीतर ही बैठा है, कितने बाहर नहीं हैगा, वो भी मिल जाएगा बस। और फिर एक और एक्सपीरियंस रहेगा कि ये दिसंबर लास्ट से मैं 7 दिन का महिलाओं वास्ते प्रोग्राम किया सी ध्यान सेवा का, और फिर हले भी जदों एक दो बंदा मिलता है तो ग्रुप से भी सेवा मिलती है, तो करी सी। वो कहते लिटरली जे ये एक्सपीरियंस है कि तुसी जब ध्यान की सेवा करते हो तो ध्यान होर गहरा हो जाता है। मेरे नाल होया है, इन्ना गहरा ध्यान पहले नहीं सी होना, उससे पहले एक दिन गहरा होंदा गया तो हुण बहुत चंगा लगता है। हले बहुत सारे एक्सपीरियंसिस होंगे 3 महीने में, इस तरह है कि इतने एक्सपीरियंस है कि मैं भूल भी गई हूँ कि एक्सपीरियंसिस हैं। खुशबू का आना, अलग अलग खुशबू का महसूस होना,
ਤੇ ਉਹ ਇਨਰ ਗਾਈਡੈਂਸ बढ़ ਗਈ, ਇੰਟਿਊਸ਼ਨ ਪਾਵਰ बढ़ ਗਿਆ ਤੇ ਬਹੁਤ ਸਾਰੇ ਐਕਸਪੀਰੀਐਂसेस ਨੇ मैं बस शुक्राना परमात्मा ਦਾ ਇਸ ਬਾਤ ਦਾ ਕਰਦੀ ਹਾਂ ਕਿ ਮੈਨੂੰ ਘਰ ਬੁਲਾ ਲਿੱਤਾ ਬਸ ਅਸੀਂ ਨਾ ध्यान ने एक्सपीरियंस अपन जिथे महसूस करती हूँ उसके बेनिफिट्स मैं डिस्क्राइब नहीं कर सकती बस यही कोई मेरी जर्नी है थैंक यू सो मच सिमरन जी। थैंक यू ਬਹੁਤ ਸੋਹਣਾ ਲੱਗਾ ਤੁਹਾਡਾ ਧਿਆਨ ਸੁਣ ਕੇ, ਤੁਹਾਡੇ ਧਿਆਨ ਦੇ ਐਕਸਪੀਰੀਐਂਸਿਸ ਸੁਣ ਕੇ। ਇਹਦੇ ਨਾਲ ਸਾਡੇ ਹੋਰ ਵੀ ਜੋ ਨਵੇਂ ਸਾਥੀ ਧਿਆਨ ਵਿੱਚ ਜੁੜੇ ਨੇ ਉਹਨਾਂ ਨੂੰ ਬਹੁਤ ਕਾਰਗਰ ਸਿੱਧ ਹੋਣਗੇ ਤੁਹਾਡੇ ਐਕਸਪੀਰੀਐਂਸ, ਹਨਾ। ਕਿਉਂਕਿ ਆਪਣੇ ਜਿਵੇਂ ਆਪਾਂ ਸਿੱਖ ਧਰਮ ਤੋਂ, ਮੈਂ ਵੀ ਸਿੱਖ ਧਰਮ ਤੋਂ ਬਿਲੋਂਗ ਕਰਦੀ ਹਾਂ, ਮਨ ਵਿੱਚ ਡਾਊਟ ਹੋ ਜਾਂਦੇ ਕਿ ਕਿਤੇ ਅਸੀਂ ਭਟਕ ਤਾਂ ਨਹੀਂ ਗਏ, ਆਪਣੇ ਰਸਤੇ ਤੋਂ ਸਾਈਡ ਵਾਲਾ ਕੋਈ ਟਰੈਕ ਤਾਂ ਨਹੀਂ ਚੁਣ ਲਿਆ, ਹਨਾ। ਪਰ ਜਿਵੇਂ ਆਪਾਂ ਨੂੰ ਧਿਆਨ ਚ ਆ ਕੇ ਪਤਾ ਲੱਗਾ ਕਿ ਨਹੀਂ, ਟਰੈਕ ਤੇ ਲੱਭਾ ਹੀ ਹੋਣੇ। ਸੋ ਮੈਂ ਦੁਬਾਰਾ ਤੋਂ ਸਿਮਰਨ ਜੀ ਤੁਹਾਡਾ ਬਹੁਤ 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 ਥੈਂਕ ਯੂ ਕਰਦੀ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ।